ਅੱਜ ਪੰਜਾਬੀ ਆਵਾਜ਼ ਵਿੱਚ ਸਵਾਗਤ ਹੈ ਤੁਹਾਡਾ ਰੇਡੀਓ ਇੰਡੀਆ 1110 AM ਤੇ। ਸਾਡੇ ਨਾਲ ਸਾਡੇ ਪੱਤਰਕਾਰ ਜਸਵਿੰਦਰ ਸਿੰਘ ਬਿੱਟਾ ਲਾਈਨ ਤੇ ਨੇ। ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ। ਬਿੱਟਾ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਆਵਾਜ਼ ਦੇ ਵਿੱਚ। ਜੀ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਮੈਂ ਸਭ ਤੋਂ ਪਹਿਲਾਂ ਇੱਕ ਜਾਣਕਾਰੀ ਤੁਹਾਨੂੰ ਦੇ ਦੇਵਾਂ ਜੀ। ਜੇ ਤੁਹਾਨੂੰ ਕੋਈ ਇੰਡੀਆ ਤੋਂ ਕਾਲ ਆਉਂਦੀ ਹੈ ਜਿਹਦੇ ਪਿੱਛੇ +91 ਅੱਗੇ 140 ਨੰਬਰ ਆਉਂਦਾ ਹੈ ਜੀ, +91 140 ਨੰਬਰ ਆਉਂਦਾ ਹੈ, ਤਾਂ ਤੁਸੀਂ ਉਹ ਕਾਲ ਰਿਸੀਵ ਨਹੀਂ ਕਰਨੀ। ਜੇ ਤੁਸੀਂ ਉਹ ਰਿਸੀਵ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਇੰਡੀਆ ਵਾਲੇ ਬੈਂਕ ਖਾਤੇ ਨੂੰ ਹੈਕ ਕਰਨ ਦਾ ਜਿਹੜਾ ਖਦਸ਼ਾ ਹੈ ਉਹ ਪ੍ਰਗਟ ਹੋਇਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਜੇਕਰ ਤੁਸੀਂ ਇਸ ਤਰ੍ਹਾਂ ਦੀ ਕਾਲ ਰਿਸੀਵ ਕਰਦੇ ਹੋ ਤਾਂ ਤੁਹਾਡਾ ਫਾਈਨੈਂਸ਼ਲੀ ਵਿੱਤੀ ਤੌਰ ਤੇ ਨੁਕਸਾਨ ਹੋ ਸਕਦਾ ਹੈ। +91 ਫਿਰ ਅੱਗੇ 140। ਜੇ ਇਸ ਤਰ੍ਹਾਂ ਦੀ ਕਾਲ ਕੋਈ ਵੀ ਆਉਂਦੀ ਹੈ ਤਾਂ ਤੁਸੀਂ ਉਹਨੂੰ ਆਨਸਰ ਨਾ ਕਰੋ ਔਰ ਉਹਨੂੰ ਡਿਸਕਨੈਕਟ ਕਰਿਓ। ਇਹ ਜ਼ਰੂਰੀ ਸੂਚਨਾ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਲਈ ਜਿਹੜੇ ਸਾਨੂੰ ਸੁਣ ਰਹੇ ਨੇ। ਸ਼ੁਕਰੀਆ ਬੇਟਾ ਜੀ ਤੁਹਾਡਾ। ਅੱਜ ਮਹਾ ਸ਼ਿਵਰਾਤਰੀ ਦਾ ਦਿਨ ਹੈ ਤੇ ਮੇਰਾ ਖਿਆਲ ਨਹੀਂ ਕੋਈ ਦਿਨ ਸਾਡੇ ਸਿਆਸਤਦਾਨ ਛੱਡਦੇ। ਅੱਜ ਉਹਨਾਂ ਦੀਆਂ ਕੀ ਐਕਟੀਵਿਟੀਜ਼ ਹੈ ਪੰਜਾਬ ਦੇ ਵਿੱਚ? ਬਿਲਕੁਲ ਜੀ, ਮਹਾ ਸ਼ਿਵਰਾਤਰੀ ਜਿਹੜਾ ਤਿਉਹਾਰ ਹੈ ਇਹ ਇੱਕ ਹਿੰਦੂ ਧਰਮ ਦਾ ਬਹੁਤ ਵੱਡਾ ਤਿਉਹਾਰ ਹੈਗਾ ਜਿਹੜਾ ਇੰਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਰੌਣਕਾਂ ਲੱਗ ਜਾਂਦੀਆਂ ਔਰ ਇਹ ਸ਼ਿਵ ਸੰਕਲਪ ਦਾ ਜਿਹੜਾ ਪਾਵਨ ਅਵਸਰ ਹੈਗਾ, ਉਤਸਵ ਹੈਗਾ ਜੀ। ਔਰ ਜਿੱਥੇ ਇਹ ਇੱਕ ਜਿਹੜੇ ਸ਼ਿਵ ਜੀ ਦੇ ਭਗਤ ਨੇ ਉਹ ਜਿੱਥੇ ਇਸ ਤਿਉਹਾਰ ਨੂੰ ਬੜੇ ਵੱਡੇ ਪੱਧਰ ਤੇ ਮਨਾਉਂਦੇ ਨੇ, ਉੱਥੇ ਅੱਜ ਦੇ ਦਿਨ ਸ਼ਿਵਰਾਤਰੀ ਇਸ ਪਾਵਨ ਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ ਜੀ। ਔਰ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਅੱਜ ਕੱਲ੍ਹ ਅਸੀਂ ਇਸ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਆਰਾਧਨਾ ਕਰਦੇ ਨੇ ਉਹਨਾਂ ਦੇ ਪੈਰੋਕਾਰ। ਉੱਥੇ ਮੰਦਰਾਂ ਦੇ ਵਿੱਚ ਵੀ ਸਵੇਰ ਤੋਂ ਹੀ ਜਿਹੜੇ ਨੇ ਲੰਗਰ ਪ੍ਰਸ਼ਾਦੇ ਜਾਂ ਉਹਨਾਂ ਦੇ ਦੁੱਧ ਦਹੀਂ ਦੀਆਂ ਲਹਿਰਾਂ ਬਹਿਰਾਂ ਨੇ ਬਹੁਤ ਦਰਸ਼ਨ ਕਰਨ ਦੇ ਲਈ ਸ਼ਿਵ ਮੰਦਰਾਂ ਦੇ ਵਿੱਚ ਲੋਕ ਪਹੁੰਚੇ ਨੇ ਜੀ। ਔਰ ਦੂਜੇ ਪਾਸੇ ਜਦੋਂ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ, ਪੰਜਾਬ ਦੇ ਨੇਤਾ ਤਾਂ ਸ਼ਿਵਰਾਤਰੀ ਵਾਲੇ ਦਿਨ ਅੱਜ ਕੋਈ ਬੈਠਾ ਹੈ ਸ਼ਿਮਲੇ ਤੇ ਕੋਈ ਕਿਤੇ ਹੋਰ ਬੈਠਾ ਹੈ, ਫੋਨ ਬੰਦ ਕਰੀ ਬੈਠੇ, ਕਿਉਂਕਿ 10 ਦਿਨ ਉਹਨਾਂ ਨੇ ਬਹੁਤ ਲੋਕਾਂ ਦੀਆਂ ਚਾਹਵਾਂ ਪੀਤੀਆਂ। ਕੋਈ ਬੰਦਾ ਯੋਗਾ ਕਰ ਰਿਹਾ ਹੈ, ਕੋਈ ਕਲਾਸਾਂ ਲਾ ਰਿਹਾ ਹੈ ਜੀ। ਲੇਕਿਨ ਯੂਪੀ ਦੇ ਵਿੱਚ ਜਿੰਨੇ ਵੀ ਮੰਦਿਰ ਨੇ ਉੱਥੇ ਚਾਹੇ ਰਾਜਨੀਤਿਕ ਪਾਰਟੀ ਸੱਤਾਧਾਰੀ ਹੋਵੇ ਜਾਂ ਵਿਰੋਧੀ ਧਿਰ ਹੋਵੇ ਉਹ ਉੱਥੇ ਪਹੁੰਚੇ ਨੇ ਵੱਖ-ਵੱਖ ਤਰ੍ਹਾਂ ਦੇ ਆਪਣੇ ਪਹਿਰਾਵੇ ਦੇ ਨਾਲ ਔਰ ਲਾਈਨਾਂ ਦੇ ਵਿੱਚ ਲੱਗ ਕੇ ਉਹਨਾਂ ਨੇ ਫੋਟੋਆਂ ਖਿਚਾਈਆਂ ਨੇ ਔਰ ਸੈਲਫੀਆਂ ਲਈਆਂ ਨੇ ਔਰ ਲਾਈਨਾਂ ਦੇ ਵਿੱਚ ਲੱਗਿਆ ਉਹਨਾਂ ਨੂੰ ਦੇਖਿਆ ਜਾ ਰਿਹਾ ਹੈ। ਔਰ ਇਸੇ ਤਰ੍ਹਾਂ ਵੱਡੇ ਆਗੂਆਂ ਦੇ ਨਾਲ ਜਦੋਂ ਸੰਗਤ ਵੀ ਫੋਟੋ ਖਿਚਾਉਂਦੀ ਹੈ ਆਪਣੇ ਆਪ ਨੂੰ, ਉਹ ਵੀ ਸਮਝਦੀ ਹੈ ਕਿ ਅੱਜ ਮੌਕਾ ਮਿਲਿਆ ਜੀ। ਸੋ ਇਸ ਤਰ੍ਹਾਂ ਦੀਆਂ ਸੈਲਫੀਆਂ ਦੀਆਂ ਤਸਵੀਰਾਂ ਉਹ ਸਾਰੇ ਵੱਡੇ ਆਗੂਆਂ ਦੀਆਂ ਜਿਹੜੀਆਂ ਨਜ਼ਰ ਆ ਰਹੀਆਂ। ਵੱਖ-ਵੱਖ ਸੂਟਾਂ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਕਿ ਵੱਖ-ਵੱਖ ਰੰਗਾਂ ਦੇ ਸੂਟ ਪਹਿਨ ਕੇ ਜਿਹੜੇ ਵੱਡੇ ਆਗੂ ਨੇ, ਚਾਹੇ ਉਹ ਲੇਡੀਜ਼ ਹੈ ਚਾਹੇ ਉਹ ਜੈਂਟਸ ਹੈ, ਉਹ ਪਹੁੰਚੇ ਹੋਏ ਨੇ ਔਰ ਭਗਵਾਨ ਸ਼ਿਵ ਦਾ ਜਿਹੜਾ ਆਸ਼ੀਰਵਾਦ ਲੈ ਰਹੇ ਨੇ ਜੀ। ਅੱਛਾ, ਹੁਣ ਅਸੀਂ ਗੱਲ ਕਰਦੇ ਹਾਂ, ਜ਼ਿਕਰ ਕਰਦੇ ਹਾਂ ਯੂਕਰੇਨ ਦਾ। ਯੂਕਰੇਨ ਦੇ ਵਿੱਚ ਲੜਾਈ ਚੱਲ ਰਹੀ ਹੈ ਔਰ ਇੱਕ ਭਾਰਤੀ ਵਿਦਿਆਰਥੀ ਮਾਰਿਆ ਵੀ ਗਿਆ। ਹੁਣ ਨਰਿੰਦਰ ਮੋਦੀ ਹੁਣਾਂ ਨੇ 4 ਮੰਤਰੀ ਭੇਜੇ ਨੇ। ਇੱਕ ਆਪਰੇਸ਼ਨ ਗੰਗਾ ਚੱਲ ਰਿਹਾ ਹੈ। ਇੰਡੀਅਨ 에ਅਰ ਫੋਰਸ ਨੂੰ ਉਹਨਾਂ ਨੇ ਹਦਾਇਤਾਂ ਦਿੱਤੀਆਂ ਕਿ ਉਹ ਵੀ ਨਾਲ ਰਲਣ, ਉੱਥੋਂ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਜਾਵੇ। ਤੇ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਮੀਡੀਆ ਲਈ ਇਹ ਸਿਆਸਤਦਾਨ ਬੋਲਦੇ, ਉਹ ਜ਼ਰੂਰ ਕੋਈ ਨਾ ਕੋਈ ਗੱਲ ਕਹਿੰਦੇ, ਏਦਾਂ ਗੱਲ ਕਰਦੇ ਆ ਜਿੱਦਾਂ ਅਸੀਂ ਹਨੂਮਾਨ ਹੋਈਏ ਕਿ ਯੂਕਰੇਨ ਚੱਕ ਕੇ ਅਸੀਂ ਪੰਜਾਬ 'ਚ ਲੈ ਆਉਣਾ। ਹਾਂ ਬਿਲਕੁਲ ਜੀ, ਅਸਲ ਦੇ ਵਿੱਚ ਯੂਕਰੇਨ ਦੇ ਵਿੱਚ ਜਿਹੜੇ ਬੱਚੇ ਫਸੇ ਨੇ ਉਹਨਾਂ ਦੇ ਮਾਪਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ। ਔਰ ਹਰ ਪੇਰੈਂਟਸ ਨੂੰ ਫਿਕਰ ਹੈਗਾ ਹੈ। ਮੈਨੂੰ ਯਾਦ ਹੈ ਵੀ ਪੰਜਾਬ ਦੇ ਉੱਤੋਂ ਜਦੋਂ MBBS ਦੀਆਂ ਸੀਟਾਂ ਨਹੀਂ ਮਿਲਦੀਆਂ ਸਨ ਇੱਥੇ, ਤਾਂ ਯੂਕਰੇਨ ਸਾਡੇ ਲਈ ਕਾਫੀ ਸੌਖਾ ਸੀਗਾ, ਖਰਚਾ ਵੀ ਘੱਟ ਸੀ ਉਹਦੇ ਲਈ ਜੀ। ਤਾਂ ਯੂਕਰੇਨ 'ਚ ਕਾਫੀ ਬੱਚੇ ਜਿਹੜੇ ਨੇ ਉਹ ਗਏ ਨੇ। ਇਕੱਲੇ ਮੈਂ ਮੁਕਤਸਰ ਜ਼ਿਲ੍ਹੇ ਦੀ ਗੱਲ ਕਰਨਾ ਤੇ ਸਾਡੇ 23 ਬੱਚਿਆਂ ਦੀ ਲਿਸਟ ਮੇਰੇ ਸਾਹਮਣੇ ਹੈ ਜਿਹੜੀ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ ਜੀ। ਔਰ ਵੱਖ-ਵੱਖ ਜਿਹੜੇ BJP ਦੇ ਆਗੂ ਆ ਉਹਨਾਂ ਨੂੰ ਵੀ ਭੇਜੀ ਗਈ ਹੈ। ਮੈਨੂੰ ਵੀ ਇੱਕ ਫੋਨ ਆਇਆ ਸੀਗਾ ਵੀ ਤੁਸੀਂ ਵੀ ਕੋਈ ਹੀਲਾ ਵਸੀਲਾ ਕਰੋ
ਜੀ ਮੈਂ ਵੀ ਦਿੱਲੀ ਕੋਈ ਸੋਰਸ ਲਾ ਰਿਹਾ ਸੀ ਵੀ ਕਿਸੇ ਨੂੰ ਮੈਂ ਇਹ ਲਿਸਟ ਭੇਜਾਂ, ਕੋਈ ਹੱਲ ਹੋ ਜਾਵੇ। ਜੀ ਜਿਹੜਾ ਵਿਦਿਆਰਥੀ ਦੀ ਜਾਨ ਗਈ ਹੈ ਉਹ ਕਰਨਾਟਕ ਦਾ ਰਹਿਣ ਵਾਲਾ ਸ਼ੇਖਰ ਗੌੜਾ ਉਹਦਾ ਨਾਂ ਹੈ, ਚੇਲਗਿਰੀ ਦਾ ਜੀ। ਔਰ ਉਹਦੇ ਬਾਪ ਨੇ ਦੱਸਿਆ ਹੈ ਕਿ 2 ਦਿਨ ਪਹਿਲਾਂ ਉਹਨੇ ਉਹਦੇ ਨਾਲ ਵੀਡੀਓ ਫੋਨ ਤੇ ਗੱਲਬਾਤ ਵੀ ਕੀਤੀ ਸੀ ਜੀ। ਔਰ ਉਸ ਵਿਦਿਆਰਥੀ ਦੇ ਪਿਤਾ ਨੇ ਇਹ ਵੀ ਆਖਿਆ ਕਿ ਭਾਰਤੀ ਐਮਬੈਸੀ ਨੇ ਉਸ ਸ਼ਹਿਰ ਦੇ ਵਿੱਚ ਫਸੇ ਵਿਦਿਆਰਥੀਆਂ ਨਾਲ ਕੋਈ ਸੰਪਰਕ ਨਹੀਂ ਕੀਤਾ। ਔਰ ਇਹ ਵੀ ਪਤਾ ਲੱਗਿਆ ਹੈ ਕਿ ਉਹ ਇੱਕ ਸਟੋਰ ਦੇ ਉੱਤੋਂ ਸਮਾਨ ਲੈਣ ਗਿਆ ਸੀ ਤੇ ਇੱਕ ਕਰੰਸੀ ਬਦਲਣ ਦੇ ਲਈ ਗਿਆ ਸੀ ਔਰ ਇਸੇ ਦੌਰਾਨ ਗੋਲੀ ਲੱਗਣ ਕਰਕੇ ਉਸ ਬੱਚੇ ਦੀ ਜਿਹੜੀ ਜਾਨ ਚਲੀ ਗਈ ਹੈ। ਔਰ ਹੁਣ ਮ੍ਰਿਤਕ ਦੇ ਪਿਤਾ ਨਾਲ ਜਿੱਥੇ ਪ੍ਰਧਾਨ ਮੰਤਰੀ ਨੇ ਵੀ ਟੈਲੀਫੋਨ ਤੇ ਗੱਲਬਾਤ ਕੀਤੀ ਹੈ, ਦਿੱਲੀ ਦੇ ਮੁੱਖ ਮੰਤਰੀ ਨੇ ਕੀਤੀ ਹੈ, ਯੂਪੀ ਦੇ ਮੁੱਖ ਮੰਤਰੀ ਨੇ ਕੀਤੀ ਹੈ, ਕਰਨਾਟਕ ਦੇ ਮੁੱਖ ਮੰਤਰੀ ਨੇ ਗੱਲਬਾਤ ਕੀਤੀ ਹੈ, ਤਾਂ ਉਹਨਾਂ ਨੇ ਪਰਿਵਾਰ ਨੇ ਇੱਕੋ ਹੀ ਮੰਗ ਕੀਤੀ ਹੈ ਕਿ ਸਾਡੇ ਬੱਚੇ ਦੀ ਜਿਹੜੀ ਡੈਡ ਬੋਡੀ ਹੈ ਉਹ ਕਿਸੇ ਤਰੀਕੇ ਨਾਲ ਵਾਪਸ ਇੱਥੇ ਲਿਆਂਦੀ ਜਾਵੇ। ਔਰ ਇਹ ਘਰ ਦੇ ਵਿੱਚ ਸੋਗ ਦਾ ਮਾਹੌਲ ਹੈ, ਲੋਕ ਉਹਦੇ ਘਰ ਦੇ ਵਿੱਚ ਉਸਦੇ ਪਰਿਵਾਰ ਨੂੰ ਦਿਲਾਸਾ ਦੇਣ ਦੇ ਲਈ ਆ ਰਹੇ ਨੇ। ਔਰ ਉਹਨੇ ਸ਼ਿਕਾਇਤ ਵੀ ਕੀਤੀ ਸੀ ਅੰਬੈਸੀ ਤੱਕ, ਪਰ ਉੱਥੇ ਕੋਈ ਪਹੁੰਚ ਨਹੀਂ ਸਕਿਆ। ਔਰ ਮੈਡੀਕਲ ਕਾਲਜ ਦੇ 4ਥੇ ਸਾਲ ਦਾ ਉਹ ਵਿਦਿਆਰਥੀ ਸੀਗਾ। ਇਸ ਤੋਂ ਪਹਿਲਾਂ ਕੱਲ ਵੀ ਕਾਫੀ ਜਗ੍ਹਾ ਦੇ ਉੱਤੇ ਜਿਹੜੇ ਮਾਪੇ ਨੇ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਦਿੱਲੀ ਜਾ ਕੇ ਪ੍ਰੈਸ਼ਰ ਪਾਵਾਂਗੇ ਕੇਂਦਰ ਸਰਕਾਰ ਦੇ ਉੱਤੇ ਔਰ ਕੇਂਦਰ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ। ਲੇਕਿਨ ਅੱਜ ਇੱਕ ਹੋਰ ਮੰਦੀ ਖਬਰ ਇਹ ਆਈ ਹੈ ਜਿੱਥੇ ਉੱਥੇ ਇਹ ਵੀ ਪਤਾ ਲੱਗਾ ਹੈ ਕਿ ਹੁਣ ਯੂਕਰੇਨ ਨੇ ਆਪਣੇ ਨਾਗਰਿਕਾਂ ਨੂੰ ਜਿਹੜੇ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਆ। ਜੰਗ ਤੇਜ਼ ਹੋਣ ਦੇ ਕਰਕੇ ਚਿੰਤਾ ਜਿਹੜੀ ਵਧਣੀ ਸ਼ੁਰੂ ਹੋ ਗਈ ਹੈ ਜੀ। ਔਰ ਉੱਥੇ ਵਿਦਿਆਰਥੀ ਜਿਹੜੇ ਰੋਟੀ ਦੇ ਟੁਕੜੇ ਨੂੰ ਤਰਸ ਰਹੇ ਨੇ। ਹਾਲਾਤ ਇੰਨੇ ਮਾੜੇ ਹੋ ਗਏ ਕਿ ਹਰ ਚੀਜ਼ ਦੀ ਕੀਮਤ ਜਿਹੜੀ ਅਸਮਾਨ ਨੂੰ ਛੂਹ ਚੁੱਕੀ ਹੈ। ਔਰ ਜਿਹੜੀ 50 ਰੁਪਏ ਦੀ ਰੋਟੀ ਮਿਲਦੀ ਸੀ ਉਹ 500 ਰੁਪਏ 'ਚ ਮਿਲਦੀ ਹੈ। ਜਿਹੜੀ ਪੋਲੈਂਡ ਦੀ ਸਰਹੱਦ ਤੱਕ ਕੋਈ ਟੈਕਸੀ ਲੈ ਕੇ ਜਾਣਾ ਚਾਹੁੰਦਾ ਹੈ ਜਿਹਦਾ ਕਿਰਾਇਆ 2000 ਰੁਪਏ ਹੈ, ਉਹਦਾ ਸਵਾ ਲੱਖ ਰੁਪਇਆ ਮੰਗਿਆ ਜਾ ਰਿਹਾ ਹੈ। ਔਰ ਇੰਨਾ ਜ਼ਿਆਦਾ ਕਿਰਾਇਆ ਨਹੀਂ ਦੇ ਸਕਦੇ ਵਿਦਿਆਰਥੀ ਤੇ 15-20 ਘੰਟੇ ਉਹ ਪੈਦਲ ਚੱਲ ਕੇ ਸਰਹੱਦ ਤੱਕ ਪਹੁੰਚ ਰਹੇ ਨੇ। ਤੇ ਹੁਣ ਤੋਂ ਕੁਝ ਦੇਰ ਪਹਿਲਾਂ ਇਹ ਗੱਲ ਕਹੀ ਗਈ ਸੀਗੀ ਰੂਸ ਦੇ ਪੋਲੈਂਡ ਦੇ ਗੁਰਦੁਆਰਾ ਘਰ ਵਿੱਚ ਜਿੱਥੇ ਕੇਂਦਰੀ ਮੰਤਰੀ ਵੀਕੇ ਸਿੰਘ ਪਹੁੰਚੇ ਸਨ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰੇ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ। ਔਰ 4 ਮੰਤਰੀ ਵੀ ਜਿਹੜੇ ਭੇਜੇ ਹੋਏ ਨੇ ਆਪਰੇਸ਼ਨ ਗੰਗਾ ਦੇ ਤਹਿਤ, ਹੰਗਰੀ, ਪੋਲੈਂਡ, ਰੋਮਾਨੀਆ। ਔਰ ਉਸ ਤੋਂ ਬਾਅਦ ਇੱਕ ਇਹ ਵੀ ਪਤਾ ਲੱਗਿਆ ਕਿ ਯੂਕਰੇਨ ਦੇ ਵਿੱਚ ਜਿਹੜੇ ਭਾਰਤੀ ਐਮਬੈਸੀ ਨੇ ਆਪਣੇ ਨਾਗਰਿਕਾਂ ਨੂੰ ਆਖਿਆ ਵੀ ਉਹ ਕੀਵ ਨੂੰ ਜਿੰਨੀ ਛੇਤੀ ਹੋ ਸਕਦਾ ਹੈ ਉਹ ਛੱਡ ਦੇਣ। ਜਿਹੜਾ ਵੀ ਉਹਨਾਂ ਨੂੰ ਰੇਲ ਜਾਂ ਕੋਈ ਹੋਰ ਸਾਧਨ ਮਿਲਦਾ ਤੇ ਉਸ ਰਾਹੀਂ ਕੀਵ ਨੂੰ ਉਹ ਜ਼ਰੂਰ ਛੱਡ ਦੇਣ। ਲੇਕਿਨ ਹੁਣ ਜਦੋਂ ਇਹ ਭਾਣਾ ਵਰਤ ਚੁੱਕਾ ਹੈ, ਇੱਕ ਬੱਚੇ ਦੀ ਜਾਨ ਜਾ ਚੁੱਕੀ ਹੈ, ਤੇ ਉਦੋਂ ਹੋਰ ਖਦਸ਼ਾ ਜਿਹੜਾ ਵਧਿਆ ਹੋਇਆ ਹੈ। ਇਸੇ ਦੇ ਮੱਦੇਨਜ਼ਰ ਜਿੱਥੇ ਹਵਾਈ ਫੌਜ ਨੇ ਯੂਕਰੇਨ ਦੇ ਵਿੱਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੇ ਲਈ C-17 ਜਹਾਜ਼ ਹੈ ਜਿਹੜੇ ਉਹਨਾਂ ਨੂੰ ਸ਼ੁਰੂ ਕੀਤਾ ਹੈ। ਆਰਮੀ ਨੂੰ ਵੀ ਸੱਦਿਆ ਗਿਆ, ਆਰਮੀ ਨੂੰ ਵੀ ਉੱਥੋਂ ਏਅਰਲਿਫਟ ਕਰਨ ਦੇ ਲਈ ਜਿਹੜੇ ਜਹਾਜ਼ ਅਫਗਾਨਿਸਤਾਨ ਦੇ ਵਿੱਚੋਂ ਪਹਿਲਾਂ ਜਿਹੜੇ ਬੱਚਿਆਂ ਨੂੰ ਲੈ ਕੇ ਆਏ ਸਨ ਅਫਗਾਨਿਸਤਾਨ ਦੇ ਵਿੱਚੋਂ ਉਹਨਾਂ ਨੂੰ ਵੀ ਕੱਢਣ ਦੇ ਲਈ ਇਹ ਇੱਕ ਤਰੀਕਾ ਵਰਤਿਆ ਜਾ ਰਿਹਾ ਆਪਰੇਸ਼ਨ ਗੰਗਾ, ਜਿਹਦੇ 'ਚ ਭਾਰਤੀ ਹਵਾਈ ਫੌਜ ਨੂੰ ਸ਼ਾਮਲ ਕੀਤਾ ਗਿਆ ਔਰ ਹਵਾਈ ਫੌਜ ਨੂੰ ਜਿਹੜੇ ਹੁਕਮ ਵੀ ਦਿੱਤੇ ਗਏ ਨੇ। ਔਰ ਏਅਰਕ੍ਰਾਫਟ C-17 ਗਲੋ ਮਾਸਟਰ ਜਿਹੜਾ ਸਭ ਤੋਂ ਵੱਡਾ ਜਹਾਜ਼ ਹੈ ਉਹ ਵਿਦਿਆਰਥੀਆਂ ਦੀ ਵਾਪਸੀ ਲਈ ਉਹਨੂੰ ਤੁਰਤ ਤਿਆਰੀ ਕੀਤੀ ਗਈ ਹੈ ਤਾਂ ਜੋ ਜਿਹੜੇ ਯੂਕਰੇਨ ਤੋਂ ਭਾਰਤੀ ਵਿਦਿਆਰਥੀ ਹੈ ਉਹਨਾਂ ਨੂੰ ਵਾਪਸ ਹਵਾਈ ਫੌਜ ਇਸ ਦੇ ਵਿੱਚ ਲੈ ਕੇ ਆਵੇ। ਔਰ ਇਹਦੇ ਨਾਲ ਹੀ ਜਿਹੜੇ ਇਹ ਜਹਾਜ਼ ਨੇ ਜਿਹਦੇ 'ਚ 300 ਤੋਂ 400 ਲੋਕਾਂ ਨੂੰ ਬਿਠਾ ਕੇ ਲਿਆਇਆ ਜਾ ਸਕਦਾ ਹੈ, ਜਿਹਦੇ 'ਚ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਤੇ ਕਬਜ਼ੇ ਦੇ ਪੈਦਾ ਹੋਏ ਹਾਲਾਤ, ਇਸ ਤੋਂ ਇਲਾਵਾ ਭਾਰਤੀ ਨਾਗਰਿਕ ਤੇ ਅਫਗਾਨ, ਹਿੰਦੂ ਤੇ ਸਿੱਖ ਜਿਹੜੇ ਨਾਗਰਿਕ ਹੈ ਉਹਨਾਂ ਨੂੰ ਭਾਰਤ ਲਿਆਉਣ ਦੇ ਲਈ ਹਵਾਈ ਫੌਜ ਨੇ ਖਾਸ ਮੁਹਿੰਮ ਚਲਾਈ ਸੀ। ਔਰ ਇਸੇ ਮੁਹਿੰਮ ਤਹਿਤ ਆਪਣੇ ਜਿਹੜੇ C-17 ਜਹਾਜ਼ ਹੈ ਇਹਨਾਂ ਨੂੰ ਕਾਬਲ ਭੇਜਿਆ ਗਿਆ ਸੀ। ਉਹ ਜਹਾਜ਼ ਅੱਜ ਦੁਬਾਰਾ ਭੇਜੇ ਜਾ ਰਹੇ ਨੇ ਯੂਕਰੇਨ ਦੇ ਵਿੱਚ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ ਇਹ ਜਦੋਂ ਫਲਾਈ ਕਰਨਗੇ ਤਾਂ 2-3 ਦਿਨਾਂ ਦੇ ਵਿੱਚ ਹਾਲਾਤ ਜਿਹੜੇ ਉਹ ਠੀਕ ਹੋਣ ਦੇ ਅਸਾਰ ਨਜ਼ਰ ਆਉਂਦੇ ਨੇ। ਹੁਣ ਗੱਲ ਕਰਦੇ ਹਾਂ ਅਸੀਂ ਪੰਜਾਬ ਦੀ। ਪੰਜਾਬ ਦੇ ਵਿੱਚ ਵੱਖ-ਵੱਖ ਸਿਆਸੀ ਲੀਡਰ, ਸਿਆਸੀ ਪਾਰਟੀਆਂ ਆਪਣੇ ਪੁਆਇੰਟ ਮੀਡੀਆ ਲਈ ਕਰਦੇ ਆ ਕਿ ਜਾਂ ਇਹਨਾਂ ਦੇ ਕੋਲ ਵਾਕਿਆ ਹੀ ਕੋਈ ਅਜਿਹਾ ਹੱਲ ਆ ਜਿਹਦੇ ਨਾਲ ਵਿਦਿਆਰਥੀ ਇੱਥੇ ਲਿਆਏ ਜਾ ਸਕਦੇ? ਦੇਖੋ ਇਹ ਤਾਂ ਰੱਬ ਆਸਰੇ ਕੰਮ ਹੈ, ਗੱਲਾਂ ਜਿੰਨੀਆਂ ਮਰਜ਼ੀ ਇਹਨਾਂ ਤੋਂ ਕਰਾ ਲਓ ਜੀ, ਪਰ ਹਾਲਾਤ ਜਿਹੜੇ ਨੇ ਜਿੰਨਾ ਚਿਰ ਏਅਰਲਿਫਟ ਨਹੀਂ ਕੀਤੇ ਜਾਂਦੇ ਬੱਚੇ ਜੀ ਉਨੀ ਦੇਰ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ। ਬਾਕੀ ਸਾਰੀਆਂ ਹਵਾ 'ਚ ਗੱਲਾਂ ਨੇ ਜੀ। ਹੁਣ ਮੇਰੇ ਕੋਲ ਜਿਹੜੀ ਲਿਸਟ ਪਹੁੰਚੀ ਸੀ ਯੂਕਰੇਨ ਦੇ ਬੱਚਿਆਂ ਦੀ, ਅੱਜ ਉਹਨਾਂ ਨੇ 5 ਬੰਦਿਆਂ ਨੂੰ ਲਿਸਟ ਭੇਜੀ ਆ ਉਹ
ਤੇ ਮੈਂ ਵੀ ਕੋਈ 5-6 ਬੰਦਿਆਂ ਨੂੰ ਮੈਂ ਭੇਜੀ ਹੈ ਜੀ। ਤੁਸੀਂ ਅੰਦਾਜ਼ਾ ਲਾਓ ਵੀ 10-10 ਬੰਦਿਆਂ ਦੀਆਂ ਲਿਸਟਾਂ ਇੱਕ ਜ਼ਿਲ੍ਹੇ ਦੇ ਵਿੱਚੋਂ ਜਾ ਰਹੀਆਂ ਤੇ ਉਹੀ ਲਿਸਟਾਂ ਜਦੋਂ ਕੇਂਦਰ ਸਰਕਾਰ ਕੋਲ ਜਾ ਰਹੀਆਂ ਤਾਂ ਕੇਂਦਰ ਸਰਕਾਰ ਕੋਸ਼ਿਸ਼ ਤਾਂ ਕਰ ਰਹੀ ਹੈ ਜੀ, ਲੇਕਿਨ ਇਹ ਸੌਖਾ ਕੰਮ ਨਹੀਂ ਹੈਗਾ ਵੀ ਜੇ ਅਸੀਂ ਕਹੀਏ ਵੀ ਕੱਲ ਨੂੰ ਅਸੀਂ ਬੱਚਿਆਂ ਨੂੰ ਏਅਰਲਿਫਟ ਕਰ ਲਾਂਗੇ ਜਾਂ ਅੱਜ ਕਰ ਲਾਂਗੇ, ਇਹ ਕੰਮ ਏਡਾ ਸੌਖਾ ਨਹੀਂ ਗਾ। ਪਰ ਇਹ ਸਭ ਦੇ ਬਾਵਜੂਦ ਸਰਕਾਰ ਐਫਰਟ ਕਰ ਰਹੀ ਹੈ, ਲੇਕਿਨ ਸਾਡੇ ਬੱਚਿਆਂ ਦਾ ਇੱਕ ਜਿਹੜਾ ਹੈਗਾ ਸਹਿਣਸ਼ੀਲਤਾ ਠਰਮਾ ਉਹਨਾਂ ਦਾ ਉਹ ਰੱਖਣਾ ਵੀ ਨਾਲ ਜ਼ਰੂਰੀ ਹੈ। ਹੁਣ ਜਦੋਂ ਪਲ ਪਲ ਦੀ ਖਬਰ ਅਸੀਂ ਸੋਸ਼ਲ ਮੀਡੀਆ ਤੇ ਪਾ ਰਹੇ ਹਾਂ ਤਾਂ ਮੈਂ ਸਮਝਦਾ ਵੀ ਅਸੀਂ ਡਰਾ ਵੀ ਰਹੇ ਹਾਂ ਲੋਕਾਂ ਨੂੰ ਨਾਲ ਨਾਲ। ਜਿਹੜੀ ਗੱਲ ਕੀ ਹੈ ਕਿ ਪਹਿਲਾਂ ਹੁੰਦਾ ਸੀਗਾ ਕਿ ਸਾਨੂੰ ਦੇਰ ਨਾਲ ਖਬਰ ਮਿਲਦੀ ਸੀ ਤੇ ਦੇਰ ਨਾਲ ਖਬਰ ਕਈ ਵਾਰੀ ਚੰਗੀ ਵੀ ਖਬਰ ਮਿਲਦੀ ਸੀ। ਹੁਣ ਜਦੋਂ ਅਸੀਂ ਕੱਲੀ ਗੱਲ ਫਿਲਟਰ ਕਰਕੇ ਨਹੀਂ ਅਸੀਂ ਸਿੱਧੀਆਂ ਪਹੁੰਚਾ ਰਹੇ ਹਾਂ ਵੀ ਆਹ ਖਬਰ ਏਦਾਂ ਹੋ ਗਈ ਜੀ, ਉੱਥੇ ਆਹ ਹੋ ਗਿਆ, ਉੱਥੇ ਆਹ ਹੋ ਗਿਆ, ਇਹਦੇ ਨਾਲ ਪੈਨਿਕ ਵਾਲਾ ਮਾਹੌਲ ਹੈ ਜਿਹੜਾ ਉਹ ਵੀ ਫੈਲਦਾ। ਇਸ ਗੱਲ ਤੋਂ ਵੀ ਸਾਨੂੰ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਹੈ। ਹਾਂ ਬਿਲਕੁਲ ਇਹਤਿਆਤ ਵੀ ਜ਼ਰੂਰੀ ਹੈ ਤੇ ਸਹੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਤੇ ਸਹੀ ਜਾਣਕਾਰੀ ਇਹ ਵੀ ਨਾ ਹੋਵੇ ਅਗਲਾ ਕਹਿੰਦਾ ਸੱਚ ਬੋਲਿਆ ਮੈਂ ਕਿਹੜਾ ਸੱਚ ਇਹ ਵੀ ਨਾ ਹੋਵੇ ਕਿ ਸੱਚ ਜਿਹੜਾ ਹੈਗਾ ਕਿਸੇ ਨੂੰ ਨੁਕਸਾਨ ਕਰ ਜਾਵੇ ਜੀ। ਸੋ ਥੋੜਾ ਜਿਹਾ ਇਸ ਗੱਲ ਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਜੀ। ਇੱਕ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਜਿਹੜੀਆਂ ਆਟੋਮੈਟਿਕ ਐਡਜਰਨਮੈਂਟਸ ਹੁੰਦੀਆਂ ਨੇ ਉੱਥੇ ਉਹ ਬੰਦ ਕੀਤੀਆਂ ਜਾਣੀਆਂ। ਇਹਦੇ ਬਾਰੇ ਕੀ ਗੱਲ ਹੈ? ਹਾਂ ਬਿਲਕੁਲ, ਇਹ ਦੋ ਤਰ੍ਹਾਂ ਦੀਆਂ ਗੱਲਾਂ ਨੇ ਜੀ। ਇੱਕ ਤਾਂ ਹੁੰਦਾ ਹੈ ਕਿ ਗੁੰਮਰਾਹਕੁਨ ਜਾਣਕਾਰੀ ਕਿਸੇ ਕੋਲੇ ਨਹੀਂ ਜਾਣੀ ਚਾਹੀਦੀ ਜੀ, ਔਰ ਇੱਕ ਪੈਨਿਕ ਮਾਹੌਲ ਵਾਲਾ ਜਿੱਦਾਂ ਹੈਡਿੰਗ ਕੁਛ ਹੋਰ, ਕੰਟੈਂਟ ਕੁਛ ਹੋਰ, ਖਬਰ ਕੁਛ ਹੋਰ, ਉਹ ਵੀ ਉਹਦੇ ਤੇ ਵੀ ਥੋੜਾ ਜਿਹਾ ਸਾਨੂੰ ਕੰਟਰੋਲ ਕਰਨਾ ਚਾਹੀਦਾ ਹੈ। ਇੱਕ ਹੁਣ ਇਹ ਚੱਲ ਰਿਹਾ ਹੈ ਕਿ ਆਪਣਾ ਜਿੰਨੀਆਂ ਵੀ ਪੰਜਾਬ ਦੇ ਵਿੱਚ ਕੋਈ ਸੋਸ਼ਲ ਮੀਡੀਆ ਦੇ ਉੱਤੇ ਵਿਊ ਜਾਂ ਲਾਈਕ ਵਧਾਉਣ ਦੇ ਲਈ ਕੋਈ ਇਸ ਤਰ੍ਹਾਂ ਦੀ ਗੁੰਮਰਾਹਕੁਨ ਜਾਣਕਾਰੀ ਜਾਂ ਜਿਹਦੇ ਚ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ, ਉਹ ਜਾਣਕਾਰੀ ਜਿਹੜੀ ਹੈਗੀ ਉਹ ਵਾਕਈ ਸਮਾਜ ਲਈ ਖਤਰਨਾਕ ਹੈ। ਕਈ ਵਾਰੀ ਅਸੀਂ ਦੇਖਦੇ ਹਾਂ, ਮੈਂ ਦੇਖ ਰਿਹਾ ਸੀ ਕੱਲ ਪਰਸੋਂ ਹੀ ਦੇਖ ਰਿਹਾ ਸੀਗਾ, ਉਹ ਕਿਸੇ ਨੇ ਪਾਈ ਹੋਈ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਘਰੋਂ ਆਈ ਮੌਤ ਦੀ ਵੱਡੀ ਖਬਰ ਤੇ ਉਹ ਫੋਟੋ ਲਾਈ ਹੋਈ ਸੀ ਬਾਦਲ ਸਾਹਿਬ ਦੀ, ਤੇ ਜਦ ਕਿ ਉਹ ਪਿੰਡ ਦੇ ਵਿੱਚ ਕੋਈ ਐਕਸੀਡੈਂਟ ਹੋਇਆ ਸੀਗਾ, ਉੱਥੇ ਕੋਈ ਐਕਸੀਡੈਂਟ ਕਿਸੇ ਦੀ ਜਾਨ ਚਲੀ ਗਈ ਸੀ ਤੇ ਹਾਲਾਂਕਿ ਬਾਦਲ ਸਾਹਿਬ ਦੇ ਪਰਿਵਾਰ ਨਾਲ ਉਸ ਖਬਰ ਦਾ ਕੋਈ ਸੰਬੰਧ ਨਹੀਂ ਸੀ। ਸੋ ਇਸ ਤਰ੍ਹਾਂ ਦੇ ਇਹ ਜਿਹੜੀਆਂ ਇਹ ਰੋਕਥਾਮ ਕੀਤੀ ਹੈ। ਔਰ ਦੂਜਾ ਹੁਣ ਅੱਜ ਹੀ ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਨੇ ਇੱਕ ਸੂਚਨਾ ਜਾਰੀ ਕੀਤੀ ਹੈ ਕਿ ਕੋਈ ਵੀ ਜਿਹੜੇ ਪ੍ਰਾਈਵੇਟ FM ਚੈਨਲ ਨੇ ਜਿਹੜੇ ਪੰਜਾਬ 'ਚ ਚੱਲਦੇ ਨੇ ਉਹ ਵਰਗਲ ਲੈਂਗੁਏਜ ਨਹੀਂ ਵਰਤ ਸਕਦੇ ਜਾਂ ਕੋਈ ਇਸ ਤਰ੍ਹਾਂ ਦੀ ਭਾਸ਼ਾ। ਕਈ ਵਾਰੀ ਅਸੀਂ ਦੇਖਦੇ ਹਾਂ ਵੀ ਬਹੁਤ ਸਾਰੇ RJ ਆਪਣਾ ਪ੍ਰੋਗਰਾਮ ਪ੍ਰਮੋਟ ਕਰਨ ਦੇ ਲਈ ਜਾਂ ਪ੍ਰਚਲਿਤ ਕਰਨ ਦੇ ਲਈ ਕੋਈ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਹੈ ਜੋ ਧਰਮ, ਜਾਤ ਜਾਂ ਕਿਸੇ ਰੰਗ ਜਾਂ ਨਸਲ ਭੇਦ ਦੇ ਖਿਲਾਫ ਹੁੰਦੀ ਜੀ। ਬੇਟਾ ਜੀ, ਅਗਲੀ ਖਬਰ ਜਿਹੜੀ ਆ ਸਿੱਖਿਆ ਵਿਭਾਗ ਦੇ ਨਾਲ ਜੁੜੀ ਹੋਈ ਹੈ। ਪਿਛਲੇ ਕੁਝ ਸਾਲਾਂ ਤੋਂ ਇੱਕ ਸਟੱਡੀ ਕੀਤੀ ਜਾ ਰਹੀ ਸੀ ਕਿ ਸਕੂਲਾਂ ਦੇ ਵਿੱਚ ਜਿਹੜੀਆਂ ਟੈਕਸਟ ਬੁੱਕਸ ਨੇ, ਕਿਤਾਬਾਂ ਨੇ, ਉਹਨਾਂ ਦੇ ਵਿੱਚ ਗਲਤ ਤੱਥ ਪੇਸ਼ ਕੀਤੇ ਗਏ ਤੇ ਗਲਤ ਭਾਸ਼ਾ ਵਰਤੀ ਗਈ ਹੈ। ਉਹਦੇ ਬਾਰੇ ਸਿੱਖਿਆ ਮੰਤਰੀ ਦਾ ਹੁਣ ਫੇਰ ਬਿਆਨ ਆਇਆ। ਉਹ ਹੈ ਕੀ ਮਸਲਾ, ਕੀ ਚੀਜ਼ ਹੈ ਤੇ ਉਹਦਾ ਹੱਲ ਲੱਭਿਆ ਜਾਂ ਨਹੀਂ? ਹਾਂਜੀ ਬਿਲਕੁਲ, ਇਹ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਹੈ ਜੀ, ਉੱਥੇ ਕਾਫੀ ਦਿਨਾਂ ਤੋਂ ਇਹ ਮਸਲਾ ਉੱਠਿਆ ਹੋਇਆ ਹੈ। ਇਹ ਜਿਹੜਾ ਧਰਨਾ ਲੱਗਿਆ ਹੋਇਆ ਹੈ ਔਰ ਧਰਨਾ ਲਾਇਆ ਹੋਇਆ ਹੈ ਵੱਖ-ਵੱਖ ਬੁੱਧੀਜੀਵੀ ਵਰਗ ਦੇ ਲੋਕਾਂ ਨੇ ਜਿਹੜੇ ਚੰਗੇ ਅਹੁਦਿਆਂ ਤੇ ਤਾਇਨਾਤ ਨੇ ਜੀ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਿਹੜੀਆਂ ਕੁਝ ਟੈਕਸਟ ਬੁੱਕਸ ਨੇ ਉਹਦੇ ਚ ਸਿੱਖ ਗੁਰੂ ਸਾਹਿਬਾਨਾਂ ਦੇ ਬਾਰੇ ਦੇ ਵਿੱਚ ਔਰ ਸਿੱਖ ਧਰਮ ਦੇ ਬਾਰੇ ਦੇ ਵਿੱਚ ਕਾਫੀ ਗਲਤ ਟਿੱਪਣੀਆਂ ਜਿਹੜੀਆਂ ਲਿਖੀਆਂ ਹੋਈਆਂ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਇਹ ਟਿੱਪਣੀਆਂ ਦੇ ਉੱਤੇ ਜਿਹੜੀਆਂ ਅਪਰੋਚ ਵੀ ਕੀਤੀ ਗਈ ਜਥੇਬੰਦੀਆਂ ਵੱਲੋਂ। ਲੇਕਿਨ ਦੁੱਖ ਦੀ ਗੱਲ ਹੈ ਕਿ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਤਰ੍ਹਾਂ ਦੀਆਂ ਬੁੱਕਸ ਪਿਛਲੇ 10 ਸਾਲਾਂ ਤੋਂ ਐਸੀਆਂ ਛਾਪੀਆਂ ਗਈਆਂ ਜਿਹਦਾ ਰਿਵਿਊ ਵੀ ਨਹੀਂ ਕੀਤਾ ਗਿਆ ਔਰ ਉਹਦੇ ਚ ਬਹੁਤ ਗੰਦੀ ਔਰ ਮਾੜੀ ਸ਼ਬਦਾਵਲੀ ਜਿਹੜੀ ਹੈਗੀ ਹੈ ਉਹ ਸਾਡੇ ਸਿੱਖ ਧਰਮ ਪ੍ਰਤੀ, ਉਹਨਾਂ ਦੀਆਂ ਆਸਥਾ ਪ੍ਰਤੀ ਜਿਹੜੀ ਦਰਜ ਕੀਤੀ ਗਈ ਹੈ ਜੀ। ਔਰ ਇਸੇ ਸੰਦਰਭ ਦੇ ਵਿੱਚ ਜਦੋਂ ਇਹ ਗੱਲ ਹੁਣ ਇਲੈਕਸ਼ਨ ਤੋਂ ਬਾਅਦ ਉੱਠੀ ਤਾਂ ਪਹਿਲਾਂ ਤਾਂ ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਕਿਸੇ ਮੰਤਰੀ ਨੇ ਕੋਈ ਧਿਆਨ ਨਹੀਂ ਦਿੱਤਾ। ਜਦੋਂ ਇਲੈਕਸ਼ਨ ਖਤਮ ਹੋ ਗਏ ਤਾਂ ਉਦੋਂ ਇਹ ਮਸਲਾ ਜਦੋਂ ਕਾਫੀ ਵੱਡੇ ਪੱਧਰ ਤੇ ਉੱਠਿਆ, ਹੁਣ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਜਿਹੜਾ ਧਰਨਾ ਲਾਇਆ ਗਿਆ
ਉਹ ਧਰਨੇ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਇਹਦੇ ਲਈ ਜਿਹੜੀ ਰਿਵਿਊ ਕਮੇਟੀ ਬਣਦੀ ਹੈ ਜਾਂ ਜਿਹੜਾ ਟੈਕਸਟ ਬੁੱਕ ਦੀ ਕਮੇਟੀ ਬਣਦੀ ਹੈ ਕਿ ਕਿੱਥੇ ਟੈਕਸਟ ਬੁੱਕ ਜਿਹੜਾ ਇਹ ਖਰੜਾ ਕੌਣ ਪਾਸ ਕਰਦਾ, ਉਹ ਕਮੇਟੀ ਕਿਵੇਂ ਪਾਸ ਕਰਦੀ ਹੈ, ਉਹਦੇ 'ਚ ਕਿਹੜੇ ਮੈਂਬਰ ਲਏ ਜਾਂਦੇ ਹੈ, ਤੇ ਪਿਛਲੇ ਲੰਬੇ ਸਮੇਂ ਤੋਂ ਇਹਦੀ ਸੁਧਾਈ ਕਿਉਂ ਨਹੀਂ ਕੀਤੀ ਗਈ, ਔਰ ਦੂਜਾ ਜੇਕਰ ਸੁਧਾਈ ਨਹੀਂ ਕੀਤੀ ਗਈ ਤੇ ਇਹਦੇ ਪਿੱਛੇ ਕਾਰਨ ਕੀ ਸੀਗਾ, ਤੇ ਜਿਹੜੇ ਬੱਚਿਆਂ ਨੂੰ ਇਹ ਸਿਲੇਬਸ ਪੜ੍ਹਾਇਆ ਜਾ ਚੁੱਕਿਆ, ਜਿਨ੍ਹਾਂ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਉਕਰੀਆਂ ਜਾ ਚੁੱਕੀਆਂ, ਕਿਉਂਕਿ ਜਦੋਂ ਬਚਪਨ 'ਚ ਅਸੀਂ ਕਿਤਾਬਾਂ ਪੜ੍ਹਦੇ ਹਾਂ ਤਾਂ ਸਾਡੇ ਦਿਮਾਗ 'ਚ ਉਹ ਗੱਲ ਜ਼ਿਹਨ ਦੇ ਵਿੱਚ ਰਹਿੰਦੀ ਹੈ, ਔਰ ਉਸ ਗੱਲ ਦੇ ਲਈ ਕੌਣ ਬੰਦੇ ਜ਼ਿੰਮੇਵਾਰ ਨੇ, ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਤੇ ਕਿੰਨੀਆਂ ਸ਼ਿਕਾਇਤਾਂ ਇਸ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਦਿੱਤੀਆਂ ਗਈਆਂ, ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋ ਸਕੀ। ਸੋ ਇਸ ਤਰ੍ਹਾਂ ਦੀ ਜਿਹੜੀ ਨਫ਼ਰਤ ਭਰੀ ਸਾਡੇ ਗੁਰੂ ਸਾਹਿਬਾਨਾਂ ਪ੍ਰਤੀ ਜਿਹੜੀ ਸ਼ਬਦਾਵਲੀ ਹੈ, ਜੇ ਉਹਨੂੰ ਨਹੀਂ ਹਟਾਇਆ ਗਿਆ ਤਾਂ ਉਹਦਾ ਕਾਰਨ ਕੀ ਸੀਗਾ, ਜੇ ਉਹ ਹੁਣ ਤੱਕ ਪੜ੍ਹਾਈ ਜਾਂਦੀ ਰਹੀ ਤਾਂ ਉਹ ਕਿਸੇ ਨੇ ਰੋਕਿਆ ਕਿਉਂ ਨਹੀਂ ਉਹਨੂੰ। ਸੋ ਇਸ ਕਰਕੇ ਇਹ ਕਾਫੀ ਵਿਵਾਦਪੂਰਨ ਮੁੱਦਾ ਜਿਹੜਾ ਬਣ ਗਿਆ, ਜਿਹਦੇ 'ਚ ਸਰਕਾਰ ਨੇ ਹਾਲੇ ਤੱਕ ਕੋਈ ਸਫਾਈ ਨਹੀਂ ਦਿੱਤੀ। ਲੇਕਿਨ ਹੁਣ ਜਿਹੜੇ ਮੰਤਰੀ ਹੈ ਉਹ ਕਹਿ ਰਹੇ ਨੇ ਕਿ ਅਸੀਂ ਇਹਦੇ ਲਈ ਕਮੇਟੀ ਬਣਾ ਰਹੇ ਹਾਂ, ਜਿਹੜਾ ਜ਼ਿੰਮੇਵਾਰ ਹੋਏਗਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਲੇਕਿਨ ਤੁਹਾਨੂੰ ਪਤਾ ਹੈ 10 ਮਾਰਚ ਨੂੰ ਰਿਜ਼ਲਟ ਆ ਜਾਣਾ ਹੈ, ਇਹ ਸਿਰਫ ਬਿਆਨ ਹੀ ਰਹਿ ਜਾਣਾ ਹੈ, ਕਿਉਂਕਿ 10 ਮਾਰਚ ਤੋਂ ਬਾਅਦ ਜਿਹੜੇ ਵੀ ਆਗੂ ਦੀ ਸਰਕਾਰ ਆਏਗੀ ਇਹ ਮੁੱਦਾ ਇੱਥੇ ਹੀ ਦਬ ਕੇ ਰਹਿ ਜਾਏਗਾ। ਸੋ ਵਿਰੋਧ ਕਾਫੀ ਵੱਡੇ ਪੱਧਰ ਤੇ ਹੋ ਰਿਹਾ ਹੈ। ਜਿਹੜੀਆਂ ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਧੀਜੀਵੀ ਵਰਗ ਇਸ ਧਰਨੇ ਦੇ ਵਿੱਚ ਸ਼ਾਮਲ ਹੋ ਰਹੇ ਨੇ। ਜੀ, ਵੈਸੇ 2018 ਦੇ ਵਿੱਚ ਕਮੇਟੀ ਬਣਾਈ ਸੀ ਕਿ ਉਹ ਤੱਥ ਲੱਭਣ ਜਿਹੜੇ ਗਲਤ ਨੇ ਤੇ ਉਹ ਭਾਸ਼ਾ ਲੱਭਣ ਜਿਹੜੀ ਗਲਤ ਹੈ। 4 ਸਾਲ ਹੋ ਗਏ ਇਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ। ਮੈਂ ਉਹੀ ਦੱਸ ਰਿਹਾ ਜੀ, ਇਹ ਪੋਲੀਟੀਕਲੀ ਮੋਟਿਵ ਹੈਗਾ ਸਾਰਾ ਸਿਸਟਮ, ਕਿਉਂਕਿ ਜਿਹੜੇ ਟੈਕਸਟ ਬੁੱਕ ਦੇ ਵਿੱਚ ਜਿਹੜੇ ਐਡੀਟਰ ਜਾਂ ਜਿਹੜਾ ਮੈਂਬਰ ਲਏ ਜਾਂਦੇ ਉਹਨਾਂ ਨੂੰ ਬਕਾਇਦਾ ਪੰਜਾਬ ਸਕੂਲ ਸਿੱਖਿਆ ਬੋਰਡ ਪੇ ਕਰਦਾ ਹੈ, ਉਹਨਾਂ ਨੂੰ ਚੈੱਕ ਦਿੱਤੇ ਜਾਂਦੇ ਆ, ਐਡਵਾਂਸ ਪੈਸੇ ਦਿੱਤੇ ਜਾਂਦੇ ਆ, ਔਰ ਉਹ ਕਿਸੇ ਨੇ ਉਹ ਰਿਕਵਰੀ ਨਹੀਂ ਕੀਤੀ, ਕਿਸੇ ਨੇ ਦੋਸ਼ੀ ਨਹੀਂ ਠਹਿਰਾਇਆ, ਔਰ ਜਿਹੜੀ ਕਮੇਟੀ ਬਣੀ ਉਹ ਵੀ ਵੱਟੇ ਖਾਤੇ 'ਚ ਪਾ ਦਿੱਤੀ ਗਈ। 2 ਮੀਟਿੰਗਾਂ ਤੋਂ ਬਾਅਦ ਤੀਜੀ ਮੀਟਿੰਗ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਜਿਹੜੀ ਗੱਲ ਦੇ ਉੱਤੇ ਕਮੇਟੀ ਬਣ ਜੇ, ਉਹਦਾ ਮਤਲਬ ਹੈ ਕਿ ਇਹ ਠੰਡੇ ਬਸਤੇ 'ਚ ਇਹਨਾਂ ਨੇ ਪਾਉਣੀ ਹੈ ਇਹ ਸਿਸਟਮ। ਅਗਲਾ ਕਹਿੰਦਾ ਜੀ ਕਮੇਟੀ ਬਣਾ ਦਿੰਦੇ, ਕਮੇਟੀ ਰਿਪੋਰਟ ਲਿਆਏਗੀ ਤੇ ਉਸ ਤੋਂ ਬਾਅਦ ਲੋਕ ਭੁੱਲ ਜਾਂਦੇ ਆ। ਲੋਕ ਤਾਂ ਕੱਲ ਦੀਆਂ ਗੱਲਾਂ ਭੁੱਲ ਜਾਂਦੇ ਆ ਲੋਕ ਤਾਂ। ਸੋ ਅਗਲੀ ਵਾਰੀ ਇਹ ਉਦੋਂ ਖਿਆਲ ਆਉਂਦਾ ਜਦੋਂ ਉਸ ਬੰਦੇ ਨਾਲ ਬੀਤਦੀ ਹੈ ਜਿਹਦੇ ਨਾਲ ਇਹਦਾ ਕੋਈ ਸਬੰਧ ਹੁੰਦਾ। ਜੀ, ਹੁਣ ਨਵਜੋਤ ਸਿੰਘ ਸਿੱਧੂ ਹੋਣਾ ਨੇ ਸਭ ਤੋਂ ਪਹਿਲਾਂ ਸੁਨੀਲ ਜਾਖੜ ਹੋਣਾ ਨੇ ਭਾਖੜਾ ਬਿਆਸ ਜਿਹੜੀ ਮੈਨੇਜਮੈਂਟ ਦੇ ਵਿੱਚ ਤਬਦੀਲੀ ਕੀਤੀ ਹੈ, ਉਹਦੇ ਬਾਰੇ ਉਹਨਾਂ ਨੇ ਪੰਜਾਬ ਦੇ ਹਿੱਤਾਂ ਤੇ ਕਬਜ਼ਾ ਲੈਣ ਦੀ ਗੱਲ ਕੀਤੀ ਸੀ। ਪਰ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਗੱਲ ਕੀਤੀ ਹੈ। ਹੁਣ ਇਹ ਮਤਲਬ ਇਹ ਰੀਸ ਬਣ ਗਈ ਹੈ ਕਿ ਅਸੀਂ ਕਰਦੇ ਹਾਂ ਕਿ ਸੁਨੀਲ ਜਾਖੜ ਤੋਂ 2 ਪੁਆਇੰਟ ਉੱਤੇ ਜਾਣ ਨੂੰ ਕਰਦੇ ਹੋ। ਨਹੀਂ, ਉਹਦੇ 'ਚ ਇਹ ਹੈ ਵੀ ਰਾਜਨੀਤਿਕ ਲੋਕਾਂ ਨੇ ਇਹ ਮੁੱਦੇ ਨੂੰ ਚੁੱਕਿਆ ਹੈ। ਪਹਿਲਾਂ ਸੁਨੀਲ ਜਾਖੜ ਨੇ ਚੁੱਕਿਆ ਸੀ, ਉਸ ਤੋਂ ਬਾਅਦ ਇਹ ਗੱਲ ਜਿਹੜੀ ਅੱਗੇ ਤੁਰਦੀ ਅਕਾਲੀ ਦਲ ਕੋਲ ਚਲੀ ਗਈ, ਫਿਰ ਆਮ ਆਦਮੀ ਪਾਰਟੀ ਕੋਲ ਚਲੀ ਗਈ। ਤਾਂ ਹੁਣ ਉਹਨਾਂ ਨੂੰ ਲੱਗਿਆ ਕਿ ਸੁਨੀਲ ਜਾਖੜ ਜਿਹੜੇ ਸਾਬਕਾ ਪ੍ਰਧਾਨ ਨੇ ਤੇ ਮੈਂ ਮੌਜੂਦਾ ਪ੍ਰਧਾਨ ਹਾਂ, ਮੈਨੂੰ ਵੀ ਇਹ ਗੱਲ ਚੁੱਕਣੀ ਚਾਹੀਦੀ ਹੈ। ਲੇਕਿਨ ਦੂਜੇ ਪਾਸੇ ਕੇਂਦਰ ਸਰਕਾਰ ਨੇ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਵੀ ਸਫਾਈ ਦਿੱਤੀ ਹੈ। ਉਹਨਾਂ ਨੇ ਆਖਿਆ ਕਿ ਅਸੀਂ ਇਹਦੇ 'ਚ ਕੋਈ ਮੈਂਬਰ ਨਹੀਂ ਚੇਂਜ ਕੀਤੇ, ਮੈਂਬਰ ਦੀ ਯੋਗਤਾ ਦੇ ਜਿਹੜੇ ਹੈਗੇ ਨੇ ਕਹਿ ਸਕਦੇ ਹਾਂ ਟਰਮ ਐਂਡ ਕੰਡੀਸ਼ਨ, ਉਹਨੂੰ ਅਸੀਂ ਐਕਸਪਰਟ ਲਾਏ ਨੇ ਵੀ ਇਹਦੇ 'ਚ ਪਾਵਰ ਔਰ ਜਿਹੜਾ ਹੈਗਾ ਇਰੀਗੇਸ਼ਨ, ਉਹਦੇ ਜਿਹੜੇ ਮੈਂਬਰ ਲੱਗਣ ਉਹਦੀ ਮਰਿਆਦਾ ਕੀ ਹੋਵੇ, ਉਹਦੀ ਕੁਆਲੀਫਿਕੇਸ਼ਨ ਕੀ ਹੋਵੇ, ਔਰ ਉਹਦੇ 'ਚ ਟੈਕਨੋਕ੍ਰੇਟਸ ਕਿੰਨੇ ਹੋਣੇ ਚਾਹੀਦੇ ਨੇ, ਟੈਕਨੋਕ੍ਰੇਟਸ ਦੀ ਜਿਹੜੀ ਮਾਤਰਾ ਹੈਗੀ ਹੈ ਉਹਦੇ ਲਈ ਐਕਸਪੀਰੀਅੰਸ ਕਿੰਨਾ ਹੋਣਾ ਚਾਹੀਦਾ ਹੈ। BBMP ਨੇ ਇਹਦੀ ਸਫਾਈ ਦਿੱਤੀ ਹੈ। ਹੁਣ ਉਸੇ ਸਫਾਈ ਦੇ ਉੱਤੇ ਹੀ ਬੀਜੇਪੀ ਦੇ ਆਗੂਆਂ ਨੇ ਵੀ ਕੁਝ ਟੀਕਾ ਟਿੱਪਣੀਆਂ ਕੀਤੀਆਂ। ਬੀਜੇਪੀ ਦੇ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜੇ ਵਿਅਕਤੀ ਲਾਏ ਨੇ ਅਸੀਂ ਉਹਨਾਂ ਨੂੰ ਹਟਾ ਨਹੀਂ ਰਹੇ, ਲੇਕਿਨ ਉਹਦੇ 'ਚ ਟਰਮ ਐਂਡ ਕੰਡੀਸ਼ਨ ਜਿਹੜੀ ਲਾਗੂ ਕੀਤੀ ਜਾ ਰਹੀ ਹੈ ਉਸ ਨੂੰ ਅਸੀਂ ਸੁਧਾਈ ਕੀਤੀ ਹੋਈ ਹੈ। ਹੁਣ ਦੇਖਣਾ ਹੋਏਗਾ ਕਿ ਇਹ ਜਿਹੜੀਆਂ ਟਰਮ ਐਂਡ ਕੰਡੀਸ਼ਨਜ਼ ਜਿਹੜੇ ਇਹ ਲੋਕਾਂ ਨੂੰ ਸੱਚਾਈ ਔਰ ਪਾਵਰ ਦੇ ਜਿਹੜੇ ਸੈਕਟਰੀ ਲਾਏ ਗਏ ਨੇ ਜਾਂ ਮੈਂਬਰ ਲਾਏ ਗਏ ਨੇ, ਜਦੋਂ BBMP ਹੁਣ ਸਫਾਈ ਦੇ ਰਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਕਹਿ ਰਿਹਾ ਕਿ ਅਸੀਂ ਇਹਦੇ 'ਚ ਕੋਈ ਚੇਂਜ ਨਹੀਂ ਕੀਤਾ, ਲੇਕਿਨ ਅਸੀਂ ਇੰਨਾ ਜ਼ਰੂਰ ਚੇਂਜ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਟੈਕਨੋਕ੍ਰੇਟਸ ਲਾਇਆ ਜਾਂਦਾ ਹੈ ਜਾਂ ਐਕਸਪਰਟ ਲਾਇਆ ਜਾਂਦਾ ਹੈ ਤਾਂ ਉਹਦੀ ਪੱਕੀ ਮੈਂਬਰਸ਼ਿਪ ਹੈ ਜਿਹੜੀ ਉਹ ਕਾਇਮ ਰਹੇਗੀ, ਔਰ ਬਾਹਰੀ ਸੂਬਿਆਂ ਨੂੰ ਕੋਈ ਨੁਮਾਇੰਦਾ ਉਹਨਾਂ ਦਾ ਨਵਾਂ ਜਿਹੜਾ ਨੁਮਾਇੰਦਾ ਉਹ ਅਸੀਂ ਸ਼ਾਮਲ ਨਹੀਂ ਕਰਾਂਗੇ। ਇਹ ਬੋਰਡ ਨੇ ਕਿਹਾ।
ਔਰ ਨਾਲ ਉਹਨਾਂ ਨੇ ਕਿਹਾ ਕਿ 4 ਜਿਹੜੇ ਮੌਜੂਦਾ ਮੈਂਬਰ ਨੇ ਜਿਹੜੇ ਨੁਮਾਇੰਦਗੀ ਕਰਦੇ ਨੇ ਉਹਨਾਂ ਦੇ ਅਧਿਕਾਰ ਉਸੇ ਤਰ੍ਹਾਂ ਹੀ ਸੁਰੱਖਿਅਤ ਨੇ। ਔਰ ਨਾਲ ਉਹਨਾਂ ਨੇ ਆਖਿਆ ਕਿ ਪਾਵਰ ਔਰ ਇਰੀਗੇਸ਼ਨ ਦੇ ਰੂਪ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਪਹਿਲਾਂ ਤੋਂ ਮਿਲ ਰਹੀਆਂ ਮੈਂਬਰਾਂ ਨੂੰ ਉਹ ਉਵੇਂ ਹੀ ਲਾਗੂ ਰਹਿਣਗੀਆਂ, ਕੇਵਲ ਤਕਨੀਕੀ ਯੋਗਤਾ ਦੇ ਵਿੱਚ ਹੀ ਬਦਲਾਅ ਕੀਤਾ ਗਿਆ ਹੈ। ਤੇ ਨਾਲ BBMB ਨੇ ਪੰਜਾਬ ਤੇ ਹਰਿਆਣੇ ਦੇ ਵਿੱਚ ਪੱਕੀ ਮੈਂਬਰਸ਼ਿਪ ਸਮਾਪਤ ਕਰਨ ਦਿੱਤੇ ਜਾਣ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਸੰਬੰਧੀ ਉਹਨਾਂ ਨੇ ਸਫਾਈ ਦਿੱਤੀ ਹੈ। ਉਹਨਾਂ ਨੇ ਆਖਿਆ ਕਿ ਸਿਆਸੀ ਦਲ ਹੈ ਜਿਹੜੇ ਉਹ ਸੀਨੀਅਰ ਨੇਤਾ ਜਿਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਇਹ ਮੋਰਚਾ ਖੋਲ੍ਹਿਆ ਔਰ ਪੰਜਾਬ ਦੇ ਵਿਰੁੱਧ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਢਾਂਚੇ 'ਚ ਕੋਈ ਫੇਰਬਦਲ ਨਹੀਂ ਕੀਤਾ ਗਿਆ, ਕਿਸੇ ਮੈਂਬਰ ਨੂੰ ਨਾ ਕੱਟਿਆ ਗਿਆ, ਨਾ ਨਵੇਂ ਮੈਂਬਰ ਜੋੜੇ ਗਏ ਨੇ। ਔਰ 4 ਜਿਹੜੇ ਮੌਜੂਦਾ ਮੈਂਬਰਾਂ ਦੀ ਜਿਹੜੀ ਨੁਮਾਇੰਦਗੀ ਹੈ ਉਹ ਪਹਿਲਾਂ ਦੀ ਤਰ੍ਹਾਂ ਉਹਨਾਂ ਦੀ ਨੁਮਾਇੰਦਗੀ ਇਕੱਠਿਆਂ ਸੁਰੱਖਿਅਤ ਹੈ, ਸੇਫ ਹੈ। ਔਰ ਪਹਿਲਾਂ ਤੋਂ ਜਿਹੜੇ ਤੈਅ ਜਿਹੜਾ ਮੈਂਬਰ ਹੈਗੇ ਨੇ ਬਿਜਲੀ ਉਹ ਪੰਜਾਬ ਦਾ ਹੁੰਦਾ, ਮੈਂਬਰ ਇਰੀਗੇਸ਼ਨ ਜਿਹੜਾ ਹੈਗਾ ਉਹ ਹਰਿਆਣੇ ਦਾ ਹੁੰਦਾ। ਉਹਨਾਂ ਨੇ ਆਖਿਆ ਕਿ ਉਹ ਲਾਭ ਜਿਹੜੇ ਲਗਾਤਾਰ ਉਸੇ ਤਰ੍ਹਾਂ ਹੀ ਮਿਲ ਰਹੇ ਨੇ। ਹਾਲਾਂਕਿ ਚੌਟਾਲਾ ਸਾਹਿਬ ਕਹਿੰਦੇ ਆ ਕਿ ਕਿਸਾਨ ਅੰਦੋਲਨ ਦੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਔਰ ਦੂਜੇ ਪਾਸੇ ਇਹ ਵੀ ਹੈ ਕਿ ਕੇਂਦਰੀ ਬਿਜਲੀ ਮੰਤਰਾਲਾ ਜਿਹੜੇ ਇਹ ਸੋਧ ਬਿੱਲ ਲਾਗੂ ਕੀਤਾ 2022 ਦਾ 23 ਫਰਵਰੀ ਨੂੰ BBMB ਦਾ, ਉਹਨਾਂ ਨੇ ਆਖਿਆ ਕਿ 1974 ਦਾ ਜਿਹੜਾ ਬੋਰਡ ਦਾ ਇੱਕ ਨਵਾਂ ਸੋਧ ਬਿੱਲ ਹੈ ਉਹਦੀ ਥਾਂ ਲਏਗਾ। ਔਰ ਇਹਦੇ ਤਹਿਤ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੋਨਾਂ ਸੂਬਿਆਂ ਦੀ ਜਿਹੜੀ ਪੱਕੀ ਮੈਂਬਰਸ਼ਿਪ ਹੈ ਉਹ ਸਮਾਪਤ ਕਰ ਦਿੱਤੀ ਹੈ। ਪਾਵਰ ਪੰਜਾਬ ਦਾ ਹੁੰਦਾ ਮੈਂਬਰ ਤੇ ਸਿੰਚਾਈ ਦਾ ਹੁੰਦਾ ਹਰਿਆਣੇ ਦਾ। ਔਰ ਜਿਹੜਾ ਸੋਧ ਬਿੱਲ ਹੈ ਉਹਨਾਂ ਨੇ ਆਖਿਆ ਕਿ ਹੁਣ ਇਹਦਾ ਮਤਲਬ ਹੈ ਕਿ ਪੰਜਾਬ ਤੇ ਹਰਿਆਣੇ ਦੀ ਜਗ੍ਹਾ ਹੋਰਨਾਂ ਸੂਬਿਆਂ ਤੋਂ ਮੈਂਬਰ ਲਏ ਜਾ ਸਕਣਗੇ। ਲੇਕਿਨ BBMB ਨੇ ਇਹ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਹੁਣ ਇਹ ਭੰਬਲ ਭੂਸਾ ਖੜਾ ਹੋ ਗਿਆ। BBMB ਕਹਿ ਰਿਹਾ ਵੀ ਕੋਈ ਗੱਲ ਨਹੀਂ, ਲੇਕਿਨ ਰਾਜਸੀ ਪਾਰਟੀਆਂ ਕਹਿ ਰਹੀਆਂ ਕਿ ਸਾਡੀ ਜਿਹੜੀ ਨੁਮਾਇੰਦਗੀ ਉਹ ਖਤਮ ਕਰ ਦਿੱਤੀ ਗਈ ਹੈ। ਜੀ, ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਅਜੇ ਰਿਜ਼ਲਟ ਤਾਂ ਸ਼ਾਇਦ ਆਉਣੇ, ਖੈਰ ਕੋਈ ਗੱਲ ਨਹੀਂ। ਕਾਂਗਰਸ ਪਾਰਟੀ ਦੀ ਅੰਦਰੂਨੀ ਫੁੱਟ ਨੂੰ ਜ਼ਿੰਮੇਵਾਰ ਠਹਿਰਾਉਂਦੇ ਕਿ ਇਹਨਾਂ ਦੀ ਜੇ ਕਾਰਗੁਜ਼ਾਰੀ ਘੱਟ ਹੋਈ ਤਾਂ ਅੰਦਰੂਨੀ ਫੁੱਟ ਕਰਕੇ ਹੋਣੀ ਹੈ। ਹੁਣ 4 ਹੋਰ ਸੂਬਿਆਂ ਦੇ ਵਿੱਚ ਚੱਲ ਰਹੀਆਂ ਇਲੈਕਸ਼ਨਜ਼, ਉੱਥੇ ਕੀ ਹਾਲਾਤ ਨੇ ਕਾਂਗਰਸ ਪਾਰਟੀ ਦੇ? ਦੇਖੋ, ਕਾਂਗਰਸ ਪਾਰਟੀ ਦਿਨੋਂ ਦਿਨ ਸੁੰਗੜਦੀ ਜਾ ਰਹੀ ਹੈ ਆਲ ਇੰਡੀਆ ਦੇ ਵਿੱਚ। ਜੀ, ਜਿਵੇਂ ਪ੍ਰਧਾਨ ਮੰਤਰੀ ਨੇ ਇੱਕ ਨਾਅਰਾ ਦਿੱਤਾ ਸੀ ਕਾਂਗਰਸ ਮੁਕਤ ਭਾਰਤ। ਜੀ, ਔਰ ਕਾਂਗਰਸ ਮੁਕਤ ਭਾਰਤ ਹੈ ਜਿਹੜੀ ਉਹ ਪ੍ਰਧਾਨ ਮੰਤਰੀ ਨੂੰ ਕੁਝ ਕਰਨ ਦੀ ਲੋੜ ਨਹੀਂ ਪੈ ਰਹੀ, ਕਾਂਗਰਸੀ ਆਪ ਹੀ ਕਰ ਰਹੇ ਨੇ। ਜੀ, ਔਰ ਬਹੁਤ ਥਾਵਾਂ ਦੇ ਉੱਤੇ ਦੇਖਿਆ ਜਾ ਰਿਹਾ ਕਿ ਕਾਂਗਰਸ ਦੀ ਜਿਹੜੀ ਆਪਸੀ ਫੁੱਟ ਹੈਗੀ ਹੈ ਉਹ ਜਿੱਥੇ ਕਾਂਗਰਸ ਨੂੰ ਨੁਕਸਾਨ ਕਰ ਰਹੀ ਹੈ ਉੱਥੇ ਕਾਂਗਰਸ ਮੁਕਤ ਭਾਰਤ ਦਾ ਜਿਹੜਾ ਨਾਅਰਾ ਉਸ ਨੂੰ ਵੀ ਬੁਲੰਦ ਕਰ ਰਹੀ ਹੈ। ਜੀ, ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ 3 ਵਾਰੀ ਆਪਣੀ ਜਿਹੜੀ ਲਿਸਟ ਹੈ ਉਮੀਦਵਾਰਾਂ ਦੀ ਉਹ ਜਾਰੀ ਕੀਤੀ। ਜੀ, ਪਹਿਲੀ ਲਿਸਟ ਕੁਝ ਠੀਕ ਸੀ, ਜਿਹੜੀਆਂ ਦੂਜੀਆਂ 2 ਲਿਸਟਾਂ ਜਾਰੀ ਕੀਤੀਆਂ ਉਹਦੇ 'ਚ ਮੈਨੂੰ ਜੇ ਤੁਸੀਂ ਅੰਦਾਜ਼ਾ ਲਾਓ ਤਾਂ ਮੈਨੂੰ ਬਹੁਤੇ ਬੰਦੇ ਉਹਦੇ 'ਚੋਂ ਜਿੱਤਦੇ ਨਹੀਂ ਲੱਗਦੇ। ਜੀ, ਹੁਣ ਹਾਲਾਤ ਕੀ ਪੈਦਾ ਕਰ ਦਿੱਤੇ, ਹਮੇਸ਼ਾ ਹੀ ਕਾਂਗਰਸ ਜਿਹੜੀ ਹੈ ਜਮਾਂ ਅਖੀਰ ਤੇ ਆ ਕੇ ਜਦੋਂ ਇਲੈਕਸ਼ਨ ਦੇ ਪ੍ਰੋਸੈਸਿੰਗ ਨੋਮੀਨੇਸ਼ਨ ਫਾਈਲ ਕਰਨ ਦੇ ਲਈ 1-2 ਦਿਨ ਰਹਿੰਦੇ ਹੁਣ ਤਾਂ ਉਦੋਂ ਹੀ ਸੂਚੀ ਜਾਰੀ ਕਰਦੀ ਹੈ ਕਿ ਬਗਾਵਤ ਨਾ ਹੋ ਜਾਵੇ। ਲੇਕਿਨ ਜਦੋਂ ਸੂਚੀ ਜਾਰੀ ਕਰਦੀ ਉਦੋਂ ਵੱਡੀ ਬਗਾਵਤ ਹੋ ਜਾਂਦੀ ਹੈ। ਮੈਨੂੰ ਯਾਦ ਹੈ ਜੀਰੇ ਤੋਂ ਲੈ ਕੇ ਮੱਖੂ ਤੋਂ ਬੰਦਾ ਲੈ ਕੇ ਆਉਂਦਾ, ਉਹਨੂੰ ਗੁਰੂ ਰਸਾ ਇਲੈਕਸ਼ਨ ਲੜਾਇਆ। ਇੱਕ ਕਾਲੜਾ ਨਾਂ ਦਾ ਬੰਦਾ ਸੀ ਆੜਤੀ ਐਸੋਸੀਏਸ਼ਨ ਦਾ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਨੂੰ ਇਹ ਪਤਾ ਵੀ ਗੁਰੂ ਰਸਾ ਦੀ ਆਬਾਦੀ ਕਿੰਨੀ ਹੈ? ਉਹ ਕਹਿੰਦਾ ਜੀ ਆਬਾਦੀ ਜਾ ਕੇ ਪਤਾ ਲਵਾਂਗੇ ਜੀ, ਉੱਥੇ ਵੋਟਰ ਲਿਸਟ ਚੈੱਕ ਕਰਾਂਗੇ। ਸੋ ਇਦੋਂ ਪਹਿਲਾਂ ਵੀ ਇੱਕ ਵਾਰੀ ਕੀ ਹੋਇਆ ਸੀਗਾ, ਜਦੋਂ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਸੀ, ਇੱਕ ਬੰਦੇ ਦਾ ਲਿਸਟ 'ਚ ਨਾਮ ਆ ਗਿਆ ਔਰ ਅਖਬਾਰ 'ਚ ਛਪ ਗਿਆ ਰਕੇਸ਼ ਨਾਗਪਾਲ ਸੀ ਸ਼ਾਇਦ ਉਹਦਾ ਨਾਮ, ਫਿਰੋਜ਼ਪੁਰ ਤੋਂ। ਬਾਅਦ ਦੇ ਵਿੱਚ ਉਹ ਟਿਕਟ ਕੱਟ ਕੇ ਫਿਰ ਉਹ ਸੁਨੀਲ ਜਾਖੜ ਨੂੰ ਦਿੱਤੀ ਸੀਗੀ। ਸੋ ਇਹ ਕਾਂਗਰਸ ਬਹੁਤ ਵੱਡੀਆਂ ਗਲਤੀਆਂ ਕਰ ਰਹੀ ਹੈ। ਜਾਂ ਉੱਪਰ ਕਈ ਵਾਰੀ ਤਾਂ ਹੁਣ ਜਗਦੇਵ ਸਿੰਘ ਖੁੱਡੀਆ ਦੇ ਬੇਟੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆ, ਪਿਛਲੀ ਵਾਰੀ ਉਹਨਾਂ ਨੂੰ ਕਹਿੰਦੇ ਨੇ ਵੀ ਤੁਹਾਨੂੰ ਅਸੀਂ ਇਲੈਕਸ਼ਨ ਲੜਾਵਾਂਗੇ ਜੀ ਲੰਬੀ ਤੋਂ, ਤਾਂ ਅਖੀਰ ਤੇ ਆ ਕੇ ਕੈਪਟਨ ਅਮਰਿੰਦਰ ਸਿੰਘ ਉੱਥੋਂ ਆ ਗਏ। ਔਰ ਇਸੇ ਤਰ੍ਹਾਂ ਹੀ ਰਵਨੀਤ ਸਿੰਘ ਬਿੱਟੂ ਜਿਹੜੇ ਸੀ ਉਹ ਮੈਂਬਰ ਪਾਰਲੀਮੈਂਟ ਸੀ, ਉਹ ਆ ਕੇ ਜਲਾਲਾਬਾਦ ਇਲੈਕਸ਼ਨ ਲੜਨ ਲੱਗ ਪਏ। ਸੋ ਕਾਂਗਰਸ ਆਪਣੇ ਜਾਲ ਦੇ ਵਿੱਚ ਆਪ ਹੀ ਫਸਦੀ ਜਾਂਦੀ ਹੈ। ਇਸ ਵਾਰੀ ਤਾਂ ਹੁਣ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਜਦੋਂ ਲਾਇਆ ਗਿਆ ਸੀ 111 ਦਿਨਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਉਹ ਗੱਲ ਕਰਦੇ ਸੀ, ਸੋ ਹੁਣ ਨਤੀਜੇ ਤਾਂ ਜੋ ਵੀ ਆਉਣ ਪਰ ਕਾਂਗਰਸ ਕੋਈ ਸੌਖਾ ਸਾਹ ਭਰਦੀ ਦਿਸਦੀ ਨਹੀਂ। ਪਹਿਲਾਂ ਕਹਿੰਦੇ ਸੀ ਕਿ ਪ੍ਰਿਯੰਕਾ ਗਾਂਧੀ ਮਿਸਿਸ ਗਾਂਧੀ ਵਰਗੀ ਲੱਗਦੀ ਹੈ, ਸ਼ਾਇਦ ਉਹਨਾਂ ਦੀ ਲੀਡਰਸ਼ਿਪ ਚੰਗੀ ਹੋਵੇ। ਅੱਜ ਕੱਲ ਉਹਨਾਂ ਨੂੰ ਉਭਾਰ ਕੇ ਲਿਆਂਦਾ ਇਹਨਾਂ ਨੇ ਯੂਪੀ ਦੇ ਵਿੱਚ, ਕੀ ਉਹਨਾਂ ਦੇ ਸਿਤਾਰੇ ਚੰਗੇ ਲੱਗਦੇ? ਦੇਖੋ, ਅੱਜ ਉਹ ਸ਼ਿਵਰਾਤਰੀ ਸੀ ਔਰ ਅੱਜ ਉਹਨਾਂ ਨੇ
ਉਹਨਾਂ ਦੀ ਚਰਚਾ ਹੋ ਰਹੀ ਹੈ, ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਕਿ ਉਹਨਾਂ ਨੇ ਲਾਲ ਰੰਗ ਦਾ ਸੂਟ ਪਾ ਕੇ ਸ਼ਿਵਰਾਤਰੀ ਮਨਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਵੋਟਰਾਂ ਨਾਲ ਫੋਟੋਆਂ ਵੀ ਖਿਚਾਈਆਂ, ਕਿਉਂਕਿ ਯੂਪੀ ਦਾ ਇਲੈਕਸ਼ਨ ਵੀ ਤੁਹਾਨੂੰ ਪਤਾ ਹੈ ਉਹ ਵੀ ਚੱਲ ਰਿਹਾ ਜੀ। 6ਵੇਂ ਗੇੜ ਦੀਆਂ ਜਿਹੜੀਆਂ ਵੋਟਾਂ ਵੀ ਨਜ਼ਰ ਆ ਰਹੀਆਂ। ਔਰ ਹੁਣ ਇੱਕ ਨਵੀਂ ਗੱਲ ਇਹ ਆ ਰਹੀ ਹੈ ਕਿ ਪ੍ਰਿੰਕਾ ਗਾਂਧੀ, ਇਹਨਾਂ ਦੇ ਬਾਰੇ ਇੱਕ ਚਰਚਾ ਨਵੀਂ ਚੱਲ ਰਹੀ ਹੈ ਪੰਜਾਬ ਰਾਜਨੀਤੀ ਦੇ ਵਿੱਚ ਜੀ ਕਿ ਪ੍ਰਿੰਕਾ ਗਾਂਧੀ ਨੂੰ ਯੂਪੀ ਦੇ ਵਿੱਚ ਜਦੋਂ ਆਪਣੀ ਪੂਰੀ ਤਾਕਤ ਲਾਈ ਤੇ ਹੁਣ ਇਹ ਤੈਅ ਹੋ ਚੁੱਕਾ ਹੈ ਕਿ ਕਾਂਗਰਸ ਉੱਥੇ ਮੁੱਖ ਲੜਾਈ ਤੋਂ ਬਾਹਰ ਹੈ ਜੀ। ਔਰ ਉੱਥੇ ਜਿਹੜੀ ਲੜਾਈ ਹੈਗੀ ਹੈ ਉਹ ਬੀਜੇਪੀ ਤੇ ਸਮਾਜਵਾਦੀ ਪਾਰਟੀ ਦੇ ਵਿਚਕਾਰ ਹੈ। ਔਰ ਚਰਚਾ ਇਹ ਵੀ ਰਹੀ ਹੈ ਕਿ ਯੂਪੀ ਦੇ ਚੋਣ ਨਤੀਜਿਆਂ ਤੋਂ ਬਾਅਦ ਹੁਣ ਪ੍ਰਿੰਕਾ ਗਾਂਧੀ ਦੀ ਜਿਹੜੀ ਭੂਮਿਕਾ ਉਹ ਕੀ ਹੋਏਗੀ। ਇਸ ਤਰ੍ਹਾਂ ਦੀ ਚਰਚਾ ਕਾਂਗਰਸ ਦੇ ਵਿੱਚ ਹੋਈ ਹੈ। ਮੇਰੀ ਦਿੱਲੀ ਕਾਫੀ ਬੰਦੇ ਨਾਲ ਗੱਲ ਹੋਈ ਹੈ, ਉਹ ਕਹਿੰਦੇ ਆ ਕਿ ਹੁਣ ਪ੍ਰਿੰਕਾ ਗਾਂਧੀ ਨੂੰ ਜੇ ਤਾਂ ਅਸੀਂ ਯੂਪੀ ਦਾ ਇੰਚਾਰਜ ਬਣਾਏ ਰੱਖਾਂਗੇ ਜਾਂ ਕਿਸੇ ਦੂਜੇ ਸੂਬੇ ਦਾ ਇੰਚਾਰਜ ਬਣਾਏ ਰੱਖਾਂਗੇ ਤਾਂ ਪਾਰਟੀ ਅੰਦਰ ਇਸ ਤਰ੍ਹਾਂ ਦੀ ਰਾਏ ਬਣ ਰਹੀ ਹੈ ਕਿ ਮੱਧ ਪ੍ਰਦੇਸ਼ ਦਾ ਕਿਉਂ ਨਾ ਪ੍ਰਿੰਕਾ ਗਾਂਧੀ ਨੂੰ ਇੰਚਾਰਜ ਬਣਾ ਦਿੱਤਾ ਜਾਵੇ, ਕਿਉਂਕਿ ਅਗਲੇ ਸਾਲ ਉੱਥੇ ਮੱਧ ਪ੍ਰਦੇਸ਼ ਚੋਣਾਂ ਹੋਣੀਆਂ ਜੀ। ਔਰ ਕਾਂਗਰਸ ਹੁਣ ਯੂਪੀ ਤੋਂ ਕਿਤੇ ਜ਼ਿਆਦਾ ਮਜ਼ਬੂਤ ਸਥਿਤੀ ਦੇ ਵਿੱਚ ਹੈਗੀ ਹੈ ਮੱਧ ਪ੍ਰਦੇਸ਼ ਦੇ ਵਿੱਚ ਤੇ ਜੇ ਮੱਧ ਪ੍ਰਦੇਸ਼ ਦੀਆਂ ਚੋਣਾਂ ਦੀ ਲੜਾਈ ਦੇ ਵਿੱਚ ਬੀਜੇਪੀ ਤੇ ਕਾਂਗਰਸ ਦੀ ਲੜਾਈ ਇਹ ਬਣ ਜਾਂਦੀ ਹੈ, ਜਿਹਨੇ 2018 ਦੇ ਵਿੱਚ ਕਾਂਗਰਸ ਨੇ ਚੋਣ ਜਿੱਤੀ ਸੀ ਤੇ ਉਹ ਵੱਖਰੀ ਗੱਲ ਹੈ ਕਿ ਜੋਤਿਰਾਦਿੱਤਿਆ ਸਿੰਧੀਆ ਜਦੋਂ ਬਾਗੀ ਹੋ ਗਏ ਸੀ ਤੇ ਬਾਅਦ ਦੇ ਵਿੱਚ ਕਾਂਗਰਸ ਨੂੰ ਉੱਥੋਂ ਸੱਤਾ ਗਵਾਉਣੀ ਪਈ ਸੀ। ਔਰ ਪ੍ਰਿੰਕਾ ਨੂੰ ਹੁਣ ਮੱਧ ਪ੍ਰਦੇਸ਼ ਦਾ ਜਿਹੜਾ ਇੰਚਾਰਜ ਬਣਾਏ ਜਾਣ ਦੀ ਜਿਹੜੀ ਪੈਰਵਾਈ ਹੈ ਉਹ ਵੀ ਉੱਥੋਂ ਦੇ ਕਾਂਗਰਸੀ ਆਗੂ ਕਰਨ ਲੱਗ ਪਏ ਹੈ। ਉਹ ਇੱਕ ਤਰਕ ਦਿੰਦੇ ਆ, ਉਹ ਕਹਿੰਦੇ ਆ ਕਿ ਪ੍ਰਿੰਕਾ ਗਾਂਧੀ ਨੇ ਯੂਪੀ ਦੇ ਵਿੱਚ ਜਿੰਨੀ ਮਿਹਨਤ ਕੀਤੀ ਹੈ, ਜੇ ਤੋਂ ਅੱਧੀ ਮਿਹਨਤ ਵੀ ਮੱਧ ਪ੍ਰਦੇਸ਼ ਵਿੱਚ ਕਰ ਜਾਂਦੀ ਹੈ ਤਾਂ ਨਤੀਜੇ ਜਿਹੜੇ ਹੈਗੇ ਆ ਆਸ ਬਹੁਤ ਚੰਗੇ ਹੋ ਸਕਦੇ ਆ। ਦੂਜਾ ਉਹ ਇਹ ਕਹਿੰਦੇ ਆ ਕਿ ਜੇ ਯੂਪੀ ਦੇ ਜ਼ਰੀਏ ਪ੍ਰਿੰਕਾ ਗਾਂਧੀ ਦੇ ਉੱਤੇ ਜਿਹੜਾ ਹਾਰ ਦਾ ਜਿਹੜਾ ਧੱਬਾ ਲੱਗੇਗਾ, ਉਹ ਧੱਬੇ ਨੂੰ ਅਸੀਂ ਮੱਧ ਪ੍ਰਦੇਸ਼ ਦੀ ਜਿੱਤ ਨਾਲ ਹਟਾ ਸਕਦੇ ਹਾਂ। ਹੁਣ ਯੂਪੀ ਦਾ ਇੰਚਾਰਜ ਕੌਣ ਹੋਏਗਾ, ਨਵੀਂ ਇਹਦੇ ਲਈ ਰਣਨੀਤੀ ਬਣਾਈ ਜਾ ਰਹੀ ਹੈ। ਔਰ 2024 ਦੇ ਲਈ ਪਾਰਟੀ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਲੱਗ ਜਾਣਾ ਚਾਹੁੰਦੀ ਹੈ ਤਾਂ ਇਸੇ ਤੋਂ ਬਾਅਦ ਪ੍ਰਿੰਕਾ ਗਾਂਧੀ ਹੁਣ ਕਿਸ ਭੂਮਿਕਾ ਦੇ ਵਿੱਚ ਰਹਿਣਾ ਚਾਹੇਗੀ ਇਹ ਹੁਣ ਉਹਨੇ ਤੈਅ ਕਰਨਾ ਹੈ। ਪ੍ਰਿੰਕਾ ਗਾਂਧੀ ਨੂੰ ਹੁਣ ਚਰਚਾ ਚੱਲ ਰਹੀ ਹੈ ਕਿ ਮੱਧ ਪ੍ਰਦੇਸ਼ ਦਾ ਜਿਹੜਾ ਇੰਚਾਰਜ ਹੈ ਉਹ ਬਣਾ ਦਿੱਤਾ ਜਾਵੇ। ਬਿੱਟਾ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ, ਧੰਨਵਾਦ।